ਇਹ ਜੀ ਉਹਨਾਂ ਨੇ ਫਿਰ ਗਾਂ ਦੀ ਗਾਂ ਸਾਨੂੰ ਮਤਲਬ ਟ੍ਰਾਂਸਫਰ ਕੀਤਾ। ਇਹ ਹੁੰਦਾ ਕੀ ਹੈ? ਇਹ ਜੀ ਵੇਸਟ ਡੀਕੰਪੋਜ਼ਡ ਆ, ਇਹ ਜ਼ਮੀਨ ਦੇ ਵਿੱਚ ਫਲੱਡ ਕਰੀਦਾ ਜੀ। ਅੱਛਾ ਜੀ, ਠੀਕ ਆ। ਇਹਦਾ ਫਾਇਦਾ? ਇਹਦਾ ਫਾਇਦਾ ਇਹ ਆ ਕਿ ਅਗਰ ਤੁਹਾਡੀ ਜ਼ਮੀਨ ਦੇ ਵਿੱਚ ਕਲਰ ਹੈਗਾ ਨਾ ਜੀ, ਅੱਛਾ ਜੀ, ਤੇ ਕਲਰ ਨੂੰ ਤੁਸੀਂ 2100 ਲੀਟਰ ਜਿਹੜਾ ਨਾ ਜੀ, ਹਾਂਜੀ ਮਤਲਬ ਯਾਨੀ ਕਿ 2000 ਲੀਟਰ, ਹਾਂਜੀ 2000 ਲੀਟਰ, ਇਹ 2000 ਲੀਟਰ ਇਹ ਡਰਮ ਜਿਹੜਾ 200 ਲੀਟਰ ਦਾ ਕਿ 100 ਦਾ? ਲੀਟਰ ਦਾ ਜੀ, 200 ਲੀਟਰ। 2000 ਲੀਟਰ ਇਹ ਤੁਸੀਂ ਤਿਆਰ ਕਰਨਾ ਜੀ, ਹਾਂਜੀ, ਤੇ ਇਹਨੂੰ ਤੁਸੀਂ ਇੱਕ ਵਾਰੀ ਫਲੱਡ ਕਰਨਾ। ਅੱਛਾ ਜੀ, 21 ਦਿਨ ਬਾਅਦ ਦੁਬਾਰਾ ਫਿਰ 2000 ਫਲੱਡ ਕਰਨਾ। ਅੱਛਾ ਜੀ। 3 ਵਾਰੀ ਇਨਸ਼ਾਅੱਲਾ ਤੁਸੀਂ ਕਰੋਗੇ ਨਾ, ਚੌਥੀ ਦਫਾ ਦੇਖੋਗੇ ਤੁਹਾਡੀ ਜ਼ਮੀਨ ਜਿਹੜੀ ਹੈ ਨਾ ਉਹ ਕਲਰ ਖਤਮ ਹੋ ਤਿਆਰ ਕਿਦਾਂ ਕਰਨਾ ਇਹਨੂੰ? ਇਹ ਤਿਆਰ ਇਸ ਤਰ੍ਹਾਂ ਕਰਨਾ ਜੀ ਕਿ ਇਹ ਪਹਿਲੇ ਉੱਥੇ ਛੋਟੀ ਜਿਹੀ ਡੱਬੀ 'ਚ ਆਇਆ ਜੀ, ਸਾਡੇ ਦੋਸਤਾਂ ਨੇ ਗਾਂ ਦੀ ਗਾਂ ਸਾਡੇ ਕੋਲ ਪਹੁੰਚੀ ਹੈ। ਇਹ ਪਹੁੰਚਣ ਦਾ ਤਰੀਕਾ ਇਹ ਹੈ ਕਿ ਅਸੀਂ ਉਹ ਜਿਹੜਾ ਸਾਡੇ ਕੋਲ ਪਾਣੀ ਪਹੁੰਚਿਆ ਨਾ ਜੀ, ਹਾਂਜੀ, ਇਹ ਯਾਨੀ ਕਿ 100 ਲੀਟਰ ਪਾਣੀ ਲੈ ਕੇ ਵਿੱਚ 1 ਕਿਲੋ ਗੁੜ ਪਾਉਣਾ। 1 ਕਿਲੋ ਗੁੜ ਪਾ ਦੇਣਾ। ਮੈਂ 200 ਲੀਟਰ ਪਾਣੀ ਲੈ ਕੇ ਤੇ 2 ਕਿਲੋ ਗੁੜ ਪਾਇਆ ਜੀ। ਅੱਛਾ ਜੀ। 2 ਕਿਲੋ ਗੁੜ ਇਹਦੇ 'ਚ ਖੋਰ ਕੇ ਨਾ ਪਾਣੀ 'ਚ ਹਾਂਜੀ, ਇਹਦੇ ਵਿੱਚ ਸਿੱਟ ਦਿੱਤਾ ਪਾਣੀ। ਅੱਛਾ ਜੀ। ਨਾਲ ਮੈਂ ਉਹ ਜਿਹੜਾ ਅੱਧਾ ਕੁ ਲੀਟਰ ਸੀਗਾ ਉਹ ਜਿਹੜਾ ਜੰਮਣ ਆਇਆ ਸੀ ਉਹ ਸਿੱਟਤਾ, ਪਾਣੀ ਪਾਤਾ। ਅੱਛਾ ਜੀ। ਇਹਨੂੰ ਤੁਸੀਂ ਸਵੇਰ ਤੇ ਸ਼ਾਮ ਹਿਲਾਉਣਾ ਜੀ, ਬਸ ਉੱਤੋਂ ਢੱਕ ਕੇ ਰੱਖ ਦੇਣਾ। 7 ਤੋਂ 8 ਦਿਨਾਂ 'ਚ ਇਹ ਤਿਆਰ ਹੋ ਜਾਂਦਾ ਜੀ। ਉਹ ਜਿਹੜਾ ਤੁਸੀਂ ਪਾਣੀ ਪਾਇਆ ਨਾ ਸਾਰਾ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ। ਇਹ ਹੁਣ ਦਹੀਂ ਵਾਲਾ ਹਿਸਾਬ ਹੋਇਆ ਖੜੋਤਾ ਜੀ ਕਿ ਇੰਨਾ ਕਿ ਦਹੀਂ ਪਾਓ ਤੇ ਦੁੱਧ ਭਾਵੇਂ ਮਾਣ ਤੁਸੀਂ ਜੰਮਣ ਲਾਇਆ, ਜੰਮ ਗਿਆ, ਜੰਮ ਲਾਇਆ। ਹੁਣ ਗਾਂ ਦੀ ਗਾਂ ਇਹਦੇ ਵਿੱਚ ਇੱਕ ਉਹ ਤੁਸੀਂ ਜੰਮਣ ਪਾਇਆ ਤੇ ਇੱਕ ਪਾਣੀ ਪਾਇਆ, ਇੱਕ ਪਾਣੀ ਗੁੜ ਤੇ ਜੰਮਣ, ਤਿੰਨੇ ਚੀਜ਼ਾਂ ਵੇਸਟ ਜੀ। ਇਹ ਜਿਹੜਾ ਉਹ ਬੈਕਟੀਰੀਆ ਆ ਉਹ ਐਕਟਿਵ ਹੋ ਗਿਆ, ਬੈਕਟੀਰੀਆ ਐਕਟਿਵ ਹੋ ਗਿਆ ਜੀ। ਹੁਣ ਇਹ ਸਾਰਾ ਵੇਸਟ ਡੀਕੰਪੋਜ਼ ਬਣ ਗਿਆ 200 ਲੀਟਰ। ਅੱਛਾ ਜੀ। ਇਹਦੇ ਤੋਂ ਤੁਸੀਂ ਯਾਨੀ ਕਿ 1-2 ਲੀਟਰ ਵਾਲੀ ਜਾਂ 2.25 ਲੀਟਰ ਵਾਲੀ ਜਾਂ ਲੀਟਰ ਵਾਲੀ ਬੋਤਲ ਭਰ ਕੇ ਬਾਹਰ ਰੱਖ ਲਓ, ਬਾਕੀ ਸਾਰਾ ਫਲੱਡ ਕਰ ਦਿਓ। ਉਹਦੇ ਵਿੱਚ ਇਹ ਹੈ ਕਿ ਫਿਰ ਉਹ ਜਿਹੜਾ ਤੁਹਾਡਾ ਪਾਣੀ ਹੈਗਾ ਨਾ ਉਹਦੇ ਤੋਂ ਤੁਸੀਂ ਦੁਬਾਰਾ ਫਿਰ ਤਿਆਰ ਕਰ ਲਓ। ਅੱਛਾ ਜੀ, ਠੀਕ ਆ। ਉਹ ਜੰਮਣ ਵਾਲਾ ਹਿਸਾਬ ਹੋ ਜਾਂਦਾ ਜੀ। ਇਹ ਹੁਣ ਸਰ ਜੀ ਹੋ ਗਿਆ 200 ਲੀਟਰ ਵੇਸਟ ਡੀਕੰਪੋਜ਼। ਇਹਨੂੰ ਤੁਸੀਂ ਅਗਰ ਮਤਲਬ ਜ਼ਮੀਨ ਦੇ ਵਿੱਚ ਫਲੱਡ ਕਰਦੇ ਤੇ ਤੁਹਾਡੀ ਜ਼ਮੀਨ ਜਿਹੜੀ ਉਹਦੇ ਮਸਾਮ ਖੁੱਲ ਜਾਣੇ ਆ ਜੀ। ਇਹ ਜ਼ਮੀਨ ਤੁਹਾਡੀ ਨਰਮ ਹੋ ਜਾਣੀ ਆ। ਇਹਨੂੰ ਤੁਸੀਂ ਜਦੋਂ ਕੋਈ 6 ਮਹੀਨੇ ਯੂਜ਼ ਕਰੋਗੇ ਨਾ ਜੀ, 6 ਮਹੀਨੇ ਤੇ 8 ਮਹੀਨੇ ਸਾਲ, ਹੱਥ ਜਿਹੜਾ ਨਾ ਜੀ ਤੁਸੀਂ ਇਹ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਪਾਓਗੇ ਤੇ ਬਗੈਰ ਹਲਾਂ ਤੋਂ ਇਨਸ਼ਾਅੱਲਾ ਤੁਹਾਡੀ ਕਾਫੀ ਦੇਰ ਨਹੀਂ ਤੇ ਜਿਹੜੀਆਂ ਅਸੀਂ ਜ਼ਹਿਰਾਂ ਇਸਤੇਮਾਲ ਕਰਦੀਆਂ ਉਹ ਤਾਂ ਬੈਕਟੀਰੀਆ ਨੂੰ ਮਾਰਦੀਆਂ। ਉਹ ਸਰ ਜੀ ਹੌਲੀ ਹੌਲੀ ਤੁਹਾਨੂੰ ਘਟਾਉਣੀਆਂ ਪੈਣੀਆਂ ਜਦੋਂ ਇਹਨਾਂ ਦਾ ਤੁਸੀਂ ਜਦੋਂ ਇਹ ਆ ਗਿਆ ਉਹ ਮੁੱਕ ਜਾਣਗੀਆਂ। ਫਿਰ ਇਹਦੇ ਨਾਲ ਇਹ ਆ ਕਿ ਤੁਸੀਂ ਨਾਲ ਫਿਰ ਜਿਹੜੀਆਂ ਦੂਸਰੀਆਂ ਖਾਦਾਂ ਨਾ ਜੀ ਉਹਨੂੰ ਘਟਾਈ ਜਾਣਾ ਵਾ, ਤੇ ਖਾਦਾਂ ਜਿਹੜੀਆਂ ਹੈਗੀਆਂ ਘਟਦੀਆਂ ਜਾਣ, ਇਹ ਵੱਧਦਾ ਜਾਵੇ। ਅੱਛਾ, ਇਹ ਮਤਲਬ ਖਾਦ ਦੀ ਜ਼ਰੂਰਤ ਵੀ ਪੂਰੀ ਕਰੇਗਾ? ਜ਼ਰੂਰਤ ਵੀ ਪੜੇਗਾ, ਔਰ ਇਹਦੀ ਤੁਸੀਂ ਉੱਤੇ ਸਪਰੇਅ ਵੀ ਕਰ ਸਕਦੇ ਜੀ। ਠੀਕ ਆ ਜੀ। ਠੀਕ ਆ। ਅਗਰ ਤੁਸੀਂ 20 ਲੀਟਰ ਵਾਲੀ ਟੈਂਕੀ ਹੈ ਨਾ ਜੀ, ਇਹ ਉਹਦੇ ਵਿੱਚ 4 ਤੋਂ 5 ਲੀਟਰ ਪਾ ਕੇ ਪੌਦਿਆਂ ਨੂੰ ਸਪਰੇਅ ਕਰੋ। ਫੁੱਲ ਘਿਰਦੇ ਹੋਣ, ਫਰੂਟ ਜਿਹੜਾ ਹੈਗਾ ਤੁਹਾਡਾ ਕਮਜ਼ੋਰ ਹੋਵੇ ਜਾਂ ਪੌਦੇ ਗਰੋਥ ਨਹੀਂ ਕਰਦੇ ਹੋਣ, ਅੱਛਾ ਜੀ, 4 ਤੋਂ 5 ਲੀਟਰ ਇੱਕ ਟੈਂਕੀ 'ਚ ਪਾ ਕੇ ਉਹਨੂੰ ਪੌਦਿਆਂ ਤੇ ਸਪਰੇਅ ਕਰੋ। ਅੱਛਾ ਜੀ। ਪੌਦਿਆਂ ਦੀ ਹਰਿਆਲੀ ਵੇਖ ਲਿਆ ਜੇ, ਉਹਦਾ ਫਰੂਟ ਡਿੱਗਣਾ ਰੁਕ ਜਾਏਗਾ, ਔਰ ਇਨਸ਼ਾਅੱਲਾ ਉਹਨੂੰ ਫਰੂਟ ਜ਼ਿਆਦਾ ਲੱਗੇਗਾ। ਜਿਸ ਤਰ੍ਹਾਂ ਮਿਰਚ ਹੋ ਗਈ, ਟਮਾਟਰ ਹੋ ਗਿਆ, ਇਹ ਸਬਜ਼ੀਆਂ ਜਿਹੜੀਆਂ ਹੈਗੀਆਂ ਨੇ ਫੁੱਲਾਂ ਵਾਲੀਆਂ ਜਿਹੜੀਆਂ ਉਹਨਾਂ ਤੇ। ਫਿਰ ਜੀ ਇਹਦੇ ਵਿੱਚੋਂ ਤੁਸੀਂ ਯਾਨੀ ਕਿ ਹੁਣ ਅਗਰ ਗਾਂ ਮਾਈਕਰੋ ਨਿਊਟ੍ਰੀਐਂਟਸ ਤਿਆਰ ਕਰਨਾ ਹੋਵੇ, 100 ਲੀਟਰ ਪਾਣੀ ਤੁਸੀਂ ਲੈ ਲੈਣਾ ਜੀ, ਇਹ ਹੀ ਵੇਸਟ ਡੀਕੰਪੋਜ਼ ਦਾ। ਉਹਦੇ ਵਿੱਚ 5 ਚੀਜ਼ਾਂ ਤੁਸੀਂ ਤੇਲ ਵਾਲੀਆਂ ਸਿੱਟਣੀਆਂ ਜਿਨ੍ਹਾਂ ਚੋਂ ਤੇਲ ਨਿਕਲਦਾ, ਜਿਸ ਤਰ੍ਹਾਂ ਸਰੋਂ ਦਾ ਤੇਲ ਹੋ ਗਿਆ, ਮੂੰਗਫਲੀ ਦਾ ਤੇਲ ਹੋ ਗਿਆ, ਜਾਂ ਤਿਲ ਹੋ ਗਿਆ। ਇਸ ਤਰ੍ਹਾਂ ਦੀਆਂ 5 ਚੀਜ਼ਾਂ ਜਿਹੜੀਆਂ ਨਾ ਜੀ, ਸੋਇਆਬੀਨ ਹੋ ਗਈ, ਸੂਰਜਮੁਖੀ ਹੋ ਗਈ, ਹਾਂਜੀ, ਉਹ ਤੁਸੀਂ 2-2 ਕਿਲੋ ਲੈ ਕੇ ਨਾ ਜੀ ਉਹ 5 ਚੀਜ਼ਾਂ ਉਹਦੇ ਵਿੱਚ ਸਿੱਟ ਦੇਣੀਆਂ। ਅੱਛਾ। 2 ਕਿਲੋ ਬੇਸਣ ਛੋਲਿਆਂ ਦਾ, ਕਰਿਆਟੀ, 2 ਕਿਲੋ ਬੇਸਣ ਲੈ ਕੇ ਉਹ ਤੁਸੀਂ ਇਹਦੇ ਵਿੱਚ ਸਿੱਟ ਦੇਣਾ। ਹਾਂਜੀ। ਉਸ ਤੋਂ ਬਾਅਦ ਤੁਸੀਂ ਯਾਨੀ ਕਿ ਕੋਈ 250 ਗ੍ਰਾਮ ਜਿਹੜਾ ਇਹ ਹੁੰਦਾ ਵਾ ਕਾਪਰ, ਜਿਹਨੂੰ ਕਹਿੰਦੇ ਆਪਾਂ ਕਾਪਰ, ਨੀਲਾ ਥੋਥਾ, ਨਹੀਂ ਲੋਹਾ, ਇੱਕ ਤੇ ਲੋਹੇ ਦੇ ਕਿੱਲ ਹੋ ਗਿਆ ਨਾ ਜੀ, ਹਾਂਜੀ, ਤਕਰੀਬਨ 100 ਗ੍ਰਾਮ ਲੋਹੇ ਦੇ ਕਿੱਲ ਵਿੱਚ ਸਿੱਟ ਦੇਣੇ। 100 ਗ੍ਰਾਮ ਕਿੱਲ ਕੱਢ ਦਿਓ। ਤਾਂਬੇ ਨੂੰ ਕਾਪਰ ਕਹਿੰਦੇ ਆ। ਹਾਂਜੀ। ਉਹ ਤਾਂਬਾ ਤੁਸੀਂ ਜਿਹੜਾ ਨਾ ਜੀ ਉਹ ਵੀ ਵਿੱਚ ਯਾਨੀ ਕਿ ਕੋਈ 200-250 ਗ੍ਰਾਮ ਇਹਦੇ ਵਿੱਚ ਸਿੱਟ ਦੇਣਾ। ਬੜਾ ਮਹਿੰਗਾ ਆ। ਅੱਛਾ। ਠੀਕ ਹੈ ਜੀ। ਉਹ ਤੁਸੀਂ ਕੋਈ ਕੜਾ ਲੈ ਲਓ ਜਾਂ ਕੋਈ ਕਚਰੇ ਚੋਂ ਤਾਰ ਲੈ ਲਓ ਜਿਹੜੀਆਂ ਮੋਟਰਾਂ ਚੋਂ ਨਿਕਲਦੀ ਹੈ। ਹਾਂਜੀ। ਠੀਕ ਹੈ, ਕਚਰੇ ਚੋਂ ਉਹ ਲੈ ਕੇ ਜੀ ਉਹ ਇਹਦੇ ਵਿੱਚ ਸਿੱਟ ਦੇਣੀ ਹੈ। ਅੱਛਾ ਜੀ। ਠੀਕ ਹੈ। 8-10 ਦਿਨਾਂ ਬਾਅਦ ਤੁਹਾਡਾ ਜੀ ਉਹ ਮਾਈਕਰੋ ਨਿਊਟ੍ਰੀਐਂਟਸ ਤਿਆਰ ਹੋ ਜਾਣਾ। ਅੱਛਾ। ਉਹ ਤੁਹਾਡੀ ਬੜੀ ਬਿਹਤਰੀਨ ਸਪਰੇਅ ਤਿਆਰ ਹੋ ਜਾਣੀ ਹੈ। ਅੱਛਾ ਜੀ। ਠੀਕ ਆ। ਉਹ ਤੁਸੀਂ ਪੌਦਿਆਂ ਤੇ ਕਰਨੀ ਆ। ਉਹ ਅਗਰ ਤੁਸੀਂ ਉਹ ਕਰਦੇ ਜੀ, ਉਹਦੇ ਵਿੱਚ ਅਗਰ ਤੁਸੀਂ ਸਪਰੇਅ ਕਰਨ ਲੱਗੇ ਵਿੱਚ ਕੋਈ ਹਲਦੀ, ਠੀਕ ਆ, ਜਾਂ ਹਰੀ ਮਿਰਚ ਕੁੱਟ ਕੇ, ਠੀਕ ਆ, ਤੇ ਦੂਸਰਾ ਨਾਲ ਕੋਈ ਲਸਣ ਦੀਆਂ ਇੱਕ ਗੰਢੀ ਜੀ, ਉਹ ਲੈ ਕੇ ਤੁਸੀਂ ਉਹਦੇ ਵਿੱਚ ਰਲਾ ਕੇ ਉਹਨੂੰ ਤੁਸੀਂ ਸਪਰੇਅ ਕਰੋ। ਸਪਰੇਅ ਮਤਲਬ ਕੋਈ ਪੌਦੇ ਤੇ ਸੁੰਡੀ, ਕੋਈ ਮੱਛਰ, ਕੋਈ ਸਫੈਦ ਮੱਖੀ, ਕੋਈ ਚੀਜ਼ ਜਿਹੜੀ ਹੈ ਨਾ ਜੀ, ਤੁਹਾਨੂੰ ਪੌਦਾ ਹਿਲਾਓਗੇ ਕੋਈ ਮੱਛਰ ਤੇਲਾ ਨਜ਼ਰ ਨਹੀਂ ਇਨਸ਼ਾਅੱਲਾ ਆਏਗਾ। ਠੀਕ ਆ ਜੀ। ਹਾਂਜੀ, ਇਹ ਚੀਜ਼ ਆ। ਤੇ ਬਾਕੀ ਫਿਰ ਇਹਦੇ ਤੇ ਤਫਸੀਲ ਜਿਹੜੀ ਹੈਗੀ ਉਹ ਵੀਡੀਓ ਲੰਮੀ ਹੋ ਜਾਏਗੀ। ਨਹੀਂ ਜੀ, ਬਸ ਠੀਕ ਹੋ ਗਈ। ਤੁਸੀਂ ਮੈਨੂੰ ਇਹ ਦੱਸ ਦਿਓ ਵੀ ਭਈ ਤੁਹਾਨੂੰ ਤਾਂ ਦੇਤਾ ਤੁਹਾਡੇ ਸੱਜਣਾ ਨੇ, ਤੁਸੀਂ ਇਹ ਕੰਮ ਕਰ ਲਿਆ ਸ਼ੁਰੂ, ਆਮ ਆਵਾਮ, ਆਮ ਜਨਤਾ ਜਿਹੜੀ ਆ ਉਹ ਕਿੱਥੋਂ ਲਵੇ? ਉਹ ਸਰ ਜੀ ਮੇਰਾ ਨੰਬਰ ਲੈ ਲਓ ਤੁਸੀਂ। ਅੱਛਾ ਜੀ। ਨਾਲ ਰਾਬਤਾ ਕਰ ਲੈਣ ਤੇ ਮੈਂ ਉਹਨਾਂ ਨੂੰ ਇਹ ਫ੍ਰੀ ਦੇਵਾਂਗਾ। ਫ੍ਰੀ ਦਵਾਂਗੇ? ਫ੍ਰੀ ਦੇਵਾਂਗਾ। ਬੜੀ ਗੱਲ ਆ। ਹਾਂਜੀ। ਲੰਬੜਦਾਰ
ਇੱਕ ਤਾਂ ਲੰਬੜਦਾਰ ਬੜੇ ਕੰਜੂਸ ਹੁੰਦੇ ਆ ਹਾਂਜੀ ਤੇ ਦੂਜਾ ਤੁਸੀਂ ਰਾਈ ਆ ਲੇਕਿਨ ਸਖੀ ਬੜਾ ਹਾਂਜੀ, ਬਸ ਅੱਲਾ ਦੀ ਦੇਣ ਆ ਜੀ। ਚਲੋ ਬਹੁਤ ਸ਼ੁਕਰੀਆ। ਨੰਬਰ ਬੋਲਿਓ 0304 ਜੀ। 1421 743 1421 743 0304 ਇਹਦਾ ਕੋਡ ਹੋ ਗਿਆ ਤੇ 0345 0345 1421 743 ਇਹ ਟੈਲੀਨੌਰ ਦਾ ਨੰਬਰ ਹੈ ਜੀ ਤੇ WhatsApp ਮੇਰਾ ਟੈਲੀਨੌਰ ਵਾਲੇ ਨੰਬਰ ਤੇ ਜੀ। WhatsApp ਤੇ ਤੁਹਾਡੇ ਨਾਲ ਰਾਬਤਾ ਕਰ ਲਵੇ, ਇਨਸ਼ਾਅੱਲਾ ਹਰ ਚੀਜ਼ ਮਿਲੇਗੀ ਜੀ। ਬਹੁਤ ਬਹੁਤ ਸ਼ੁਕਰੀਆ। ਪਪੀਤੇ ਵਾਸਤੇ ਵੀ ਬੜਾ ਹੈਗਾ ਜੀ, ਤੁਸੀਂ ਪਪੀਤੇ ਨੂੰ ਪਾਓ, ਇਨਸ਼ਾਅੱਲਾ ਫਰੂਟ ਵੇਖਿਆ ਜੀ ਉਹਦਾ। ਠੀਕ ਹੈ ਜੀ। ਫਲੱਡ ਕਰੋ ਫਸਲ ਨੂੰ, ਉਹਦੀ ਫਰੂਟਿੰਗ ਵੇਖਿਆ। ਨਹੀਂ, ਪਪੀਤੇ ਦਾ ਨਾਂ ਲਿਆ, ਤੁਹਾਨੂੰ ਪਤਾ ਮੇਰੀ ਛੇੜ ਬਣ ਗਈ ਹੈ ਪਪੀਤਾ, ਤੁਸੀਂ ਫਿਰ ਨਾਂ ਲੈਣੇ। ਅੱਲਾ ਖੈਰ ਕਰੇ, ਮਤਲਬ ਕਿ ਇਹਦਾ ਫਰੂਟ ਦਾ ਸਾਇਜ਼ ਵਧੇਗਾ ਇਨਸ਼ਾਅੱਲਾ। ਚਲੋ ਠੀਕ ਹੋ ਗਿਆ। ਤਾਂ ਫਿਰ ਹੁਣ ਇੱਕ ਨਾਰਾ ਲਾ ਦਈਏ, ਤੂੰ ਵੀ ਨਾਲ ਬੋਲਣਾ ਬਈ। ਕੀ ਨਾਂ ਤੇਰਾ? ਅਦਨਾਨ ਸਾਹਿਬ। ਪਾਕਿਸਤਾਨ ਜ਼ਿੰਦਾਬਾਦ। ਅਦਨਾਨ ਤੂੰ ਹੌਲੀ ਕਿਆ? ਪਾਕਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ।